ਕੋਮਾ ਟੈਲੀਵਿਜ਼ਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਮੈਂ ਤੁਹਾਡੇ ਰੂਬਰੂ ਇੱਕ ਅੰਤਰਰਾਸ਼ਟਰੀ ਮੁੱਦਾ ਗਲੋਬਲ ਐਮਰਜੈਂਸੀ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡੇ ਸਾਹਮਣੇ ਰੂਬਰੂ ਹੋਇਆ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਪੂਰਾ ਵਿਸ਼ਵ ਇੱਕ ਸਾਂਝੀ ਸਮੱਸਿਆ ਦੇ ਨਾਲ ਜੂਝ ਰਿਹਾ ਹੈ। ਕੋਵਿਡ-19 ਨਾਂ ਦੀ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਪੂਰਾ ਵਿਸ਼ਵ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਅੱਜ ਦੁਨੀਆ ਦਾ ਹਰੇਕ ਕੋਨੇ ਦੇ ਵਿੱਚ ਇਸ ਮਹਾਮਾਰੀ ਨੇ ਆਪਣਾ ਤਹਿਲਕਾ ਮਚਾਇਆ ਹੋਇਆ ਹੈ। ਸੋ ਅਜਿਹੇ ਸਮੇਂ ਦੇ ਦਰਮਿਆਨ ਸੰਯੁਕਤ ਰਾਸ਼ਟਰ ਸੰਘ ਦੀ ਮਹੱਤਵਪੂਰਨ ਸਹਾਇਕ ਏਜੰਸੀ ਵਿਸ਼ਵ ਸਿਹਤ ਸੰਗਠਨ WHO ਜਿਹਦੀ ਮਹੱਤਵਪੂਰਨ ਜ਼ਿੰਮੇਵਾਰੀ ਸੀ ਕਿ ਇੰਟਰਨੈਸ਼ਨਲ ਲੈਵਲ 'ਤੇ ਪਬਲਿਕ ਹੈਲਥ ਦੇ ਲਈ ਉਹ ਰਿਸਪੋਂਸੀਬਲ ਸੰਸਥਾ ਮੰਨੀ ਜਾਂਦੀ ਹੈ। ਪਬਲਿਕ ਹੈਲਥ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਆਉਂਦੀ ਹੈ ਤੇ WHO ਮਹੱਤਵਪੂਰਨ ਰੋਲ ਅਦਾ ਕਰਦੀ ਆ ਰਹੀ ਹੈ। WHO ਜਿਹਦਾ ਗਠਨ 1948 ਦੇ ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਅਧੀਨ ਕੀਤਾ ਗਿਆ ਸੀ। ਪੂਰੇ ਵਿਸ਼ਵ ਦੇ 193 ਦੇਸ਼ ਮੈਂਬਰ ਜਿਹੜੇ ਕਿ ਪੂਰਾ ਫੇਥ ਰੱਖਦੇ ਸੀ WHO 'ਤੇ, ਪਰ ਕੋਵਿਡ-19 ਮਹਾਮਾਰੀ ਦਰਮਿਆਨ WHO ਦਾ ਰੋਲ, WHO ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ਵਿੱਚ ਆ ਗਈ। ਸੋ ਇਸੇ ਮੁੱਦੇ 'ਤੇ ਅਸੀਂ ਗੱਲ ਕਰਨ ਨੂੰ ਤੁਹਾਡੇ ਮੈਂ ਰੂਬਰੂ ਹੋਇਆ ਹਾਂ। ਅੱਜ ਵਿਸ਼ਵ ਸਿਹਤ ਸੰਗਠਨ ਆਪਣੀ ਭਰੋਸੇਯੋਗਤਾ ਕਿਉਂ ਗਵਾਉਂਦਾ ਜਾ ਰਿਹਾ ਹੈ? ਅਨੇਕਾਂ ਸਵਾਲ ਸਾਡੇ ਮਨਾਂ ਵਿੱਚ ਪੈਦਾ ਹੋ ਰਹੇ ਹਨ। ਕੋਵਿਡ-19 ਦੇ ਇਫੈਕਟ ਕਰਕੇ ਅੱਜ ਪੂਰੀ ਦੁਨੀਆ ਦੇ ਵਿੱਚ 1 ਕਰੋੜ 40 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹਨ। 6 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ 10 ਲੱਖ ਤੋਂ ਅਬਵ ਲੋਕ ਕਰੋਨਾ ਵਾਇਰਸ ਦੀ ਜਕੜ ਵਿੱਚ ਆ ਚੁੱਕੇ ਹਨ। 26,000 ਤੋਂ ਅਬਵ ਮੌਤਾਂ ਹੋ ਚੁੱਕੀਆਂ ਹਨ। 24 ਘੰਟਿਆਂ ਦੇ ਵਿੱਚ 36,000 ਤੋਂ ਵੱਧ ਕੇਸ ਆ ਰਹੇ ਹਨ। ਸੋ ਪੂਰੇ ਸੰਸਾਰ ਦੇ ਵਿੱਚ ਇਸ ਮਹਾਮਾਰੀ ਨੇ ਤਹਿਲਕਾ ਮਚਾਇਆ ਹੋਇਆ ਹੈ। ਸੋ ਅਜਿਹੇ ਸੰਦਰਭ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੂਰਾ ਇੰਟਰਨੈਸ਼ਨਲ ਸਿਨੈਰੀਓ ਬਦਲ ਗਿਆ ਹੈ। ਵਿਸ਼ਵ ਦੇ ਹਰੇਕ ਕੋਨੇ ਦੇ ਵਿੱਚ ਲੋਕ ਇਸੇ ਉਡੀਕ ਵਿੱਚ ਹਨ ਕਿ ਕਦੋਂ ਕਰੋਨਾ ਮਹਾਮਾਰੀ ਨੂੰ ਖਤਮ ਕਰਨ ਵਾਲਾ ਵੈਕਸੀਨ ਆਵੇਗਾ ਤਾਂ ਇਸ ਮਹਾਮਾਰੀ ਤੋਂ ਛੁਟਕਾਰਾ ਹੋਵੇਗਾ। ਪਰ ਅਜੇ ਕਰੋਨਾ ਵੱਲੋਂ ਮੌਤ ਦਾ ਤਾਂਡਵ ਜਾਰੀ ਹੈ। ਅੱਜ ਭਾਵੇਂ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਇਸ ਸਮੇਂ ਦਰਮਿਆਨ ਚੀਨ ਅਤੇ ਅਮਰੀਕਾ, ਜਿਨ੍ਹਾਂ ਨੂੰ ਅਸੀਂ ਸੁਪਰ ਪਾਵਰ ਮੰਨਦੇ ਹਾਂ ਇੰਟਰਨੈਸ਼ਨਲ ਸਿਨੈਰੀਓ ਦੇ ਵਿੱਚ, ਉਹਨਾਂ ਦੀ ਆਪਸੀ ਟਸਲ ਚੱਲ ਰਹੀ ਹੈ। ਇਹ ਤਾਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿਸਾਨਾਂ ਦੇ ਭੇਡ ਵਿੱਚ ਮਲਿਆਂ ਦਾ ਨਾਸ ਹੋ ਰਿਹਾ ਹੈ। ਸੋ ਇਹ ਸਾਰੀਆਂ ਗੱਲਾਂ, ਅਨੇਕਾਂ ਸਵਾਲ ਹਨ ਸਾਡੇ ਮਨਾਂ ਦੇ ਵਿੱਚ। ਸੋ ਇਹਨਾਂ ਸਾਰਿਆਂ ਦੇ ਬਾਰੇ ਵਿੱਚ ਮੈਂ ਇਹ ਗੱਲ ਕਰਨ ਦੇ ਲਈ ਤੁਹਾਡੇ ਨਾਲ ਮੈਂ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਰੂਬਰੂ ਹੋਇਆ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਵਿਸ਼ਵ ਸਿਹਤ ਸੰਗਠਨ ਆਪਣੀ ਭਰੋਸੇਯੋਗਤਾ ਕਿਉਂ ਖਤਰੇ ਵਿੱਚ ਪਾ ਬੈਠਾ ਹੈ। ਅਨੇਕਾਂ ਸਮਿਆਂ ਦੇ ਦਰਮਿਆਨ ਅੱਜ ਤੱਕ ਪਹਿਲੀ ਵਾਰੀ ਨਹੀਂ ਹੈ ਕਿ ਸਾਡੇ ਸੰਸਾਰ ਦੇ ਵਿੱਚ ਮਹਾਮਾਰੀ ਆਈ ਹੈ। ਇਸ ਤੋਂ ਪਹਿਲਾਂ ਵੀ ਅਨੇਕਾਂ ਮਹਾਮਾਰੀਆਂ ਆਈਆਂ ਹਨ। ਉਸ ਸਮੇਂ ਦਰਮਿਆਨ WHO ਨੇ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਖਾਸ ਕਰਕੇ ਅਸੀਂ ਗੱਲ ਕਰੀਏ 2014 ਵਿੱਚ WHO ਵੱਲੋਂ ਹੀ ਪੋਲੀਓ ਨਾਲ ਸੰਬੰਧਿਤ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ, ਗਲੋਬਲ ਹੈਲਥ ਐਮਰਜੈਂਸੀ। ਤੇ ਬਾਅਦ ਵਿੱਚ WHO ਵੱਲੋਂ ਹੀ
ਇਹ ਪੋਲੀਓ ਵੈਕਸੀਨ ਤਿਆਰ ਕੀਤਾ ਗਿਆ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਪੋਲੀਓ ਨਾਂ ਦੀ ਬਿਮਾਰੀ ਦਾ ਖਾਤਮਾ ਹੋ ਚੁੱਕਾ ਹੈ। ਸਮਾਲ ਪੌਕਸ ਨੂੰ ਖਤਮ ਕਰਨ ਵਾਸਤੇ ਵੀ WHO ਦੀ ਅਚੀਵਮੈਂਟ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਸਵਾਈਨ ਫਲੂ ਨੂੰ ਖਤਮ ਕਰਨ ਦੇ ਵਿੱਚ ਵੀ WHO ਨੇ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਇਸੇ ਹੀ ਤਰ੍ਹਾਂ ਅਬੋਲਾ ਵੈਕਸੀਨ ਤਿਆਰ ਕੀਤਾ ਗਿਆ, ਇਹ ਵੀ WHO ਦੀ ਦੇਣ ਹੈ। ਅਬੋਲਾ ਨਾਂ ਦੀ ਬਿਮਾਰੀ ਜਿਹੜੀ ਕਿ ਪਬਲਿਕ ਹੈਲਥ ਦੇ ਲਈ ਇੱਕ ਪੈਂਡੇਮਿਕ ਸੀ, ਉਹਨੂੰ ਖਤਮ ਕਰਨ ਦੇ ਵਿੱਚ ਵੀ WHO ਦਾ ਰੋਲ ਹੈ। ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਦੇਖਦੇ ਹਾਂ, ਪਰ ਅੱਜ COVID-19 ਨਾਂ ਦੀ ਮਹਾਂਮਾਰੀ ਦੇ ਦਰਮਿਆਨ ਉਹ ਵਿਸ਼ਵ ਸਿਹਤ ਸੰਗਠਨ ਆਪਣੀ ਭਰੋਸੇਯੋਗਤਾ ਖਤਰੇ 'ਚ ਕਿਵੇਂ ਪਾ ਬੈਠਾ ਹੈ। ਸੋ ਉਸ ਮੁੱਦੇ 'ਤੇ ਗੱਲ ਕਰਨ ਲਈ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਕਰਨ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲੀ ਗੱਲ ਆ, ਬੜੀ ਮਹੱਤਵਪੂਰਨ ਗੱਲ ਆ, ਉਹ ਇਹ ਹੈ ਕਿ ਕਰੋਨਾ ਵਾਇਰਸ ਦੇ ਕਰਕੇ ਅੱਜ ਪੂਰੇ ਸੰਸਾਰ ਵਿੱਚ ਜੇਕਰ ਤਹਿਲਕਾ ਮਚਿਆ ਹੈ ਤਾਂ ਇਹ ਬਿਮਾਰੀ ਦੀ ਸ਼ੁਰੂਆਤ ਕਿੱਥੋਂ ਹੋਈ ਹੈ। ਸੋ ਇਹਦੇ ਬਾਰੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਚੀਨ ਦੇ ਉੱਪਰ ਇਲਜ਼ਾਮ ਲਗਾਇਆ ਜਾ ਰਿਹਾ ਹੈ। ਇਸ ਵਾਇਰਸ ਨੂੰ ਵੁਹਾਨ ਵਾਇਰਸ ਜਾਂ ਚਾਈਨਾ ਵਾਇਰਸ ਦਾ ਨਾਮ ਬਾਰ-ਬਾਰ ਅਮਰੀਕਾ ਵੱਲੋਂ ਦਿੱਤਾ ਜਾ ਰਿਹਾ ਹੈ। ਅਮਰੀਕਾ ਰਾਸ਼ਟਰਪਤੀ ਬਾਰ-ਬਾਰ ਕਹਿ ਰਹੇ ਹਨ ਕਿ ਕਰੋਨਾ ਮਹਾਂਮਾਰੀ ਨੂੰ ਫੈਲਾਉਣ ਦੇ ਲਈ ਚਾਈਨਾ ਹੀ ਰਿਸਪੌਂਸੀਬਲ ਹੈ। ਓਨਲੀ ਚਾਈਨਾ ਇਜ਼ ਰਿਸਪੌਂਸੀਬਲ ਫਾਰ COVID-19। ਸੋ ਇਹਦੇ ਬਾਰੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਉਹਨਾਂ ਵੱਲੋਂ ਰੈਫਰੈਂਸ ਦਿੱਤੀਆਂ ਗਈਆਂ ਹਨ, ਜਿਹਨੂੰ ਦੇਖ ਕੇ ਕਈ ਵਾਰ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਵਾਕਿਆ ਕਿਤੇ ਇਹ ਤਾਂ ਨਹੀਂ ਕਿ ਦੋਨੇ ਸੁਪਰ ਪਾਵਰ ਹਨ ਅਤੇ ਸਾਨਾਂ ਦੇ ਭੇੜ ਵਿੱਚ ਮਲਿਆਂ ਦਾ ਨਾਸ਼ ਹੋ ਰਿਹਾ ਹੈ, ਸਾਡੇ ਵਰਗਿਆਂ ਦਾ ਨਾਸ਼ ਹੋ ਰਿਹਾ ਹੈ। ਗਰੀਬ ਕੰਟਰੀ ਜਿਹੜੇ ਉਹ ਵੀ ਪ੍ਰਭਾਵਿਤ ਹੋ ਗਏ ਹਨ। ਅੱਜ ਦੁਨੀਆ ਦੇ ਵਿੱਚ ਭਾਵੇਂ ਅਮੀਰ ਵਾ ਭਾਵੇਂ ਗਰੀਬ ਹੈ, ਕਰੋਨਾ ਵਾਇਰਸ ਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਲਪੇਟ ਵਿੱਚ ਆਇਆ ਹੋਇਆ ਹੈ। ਅੱਜ ਪੂਰੀ ਦੁਨੀਆ ਵਿੱਚ ਥਰਡ ਵਰਲਡ ਵਾਰ ਲੱਗੀ ਹੋਈ ਹੈ, ਗਲੋਬਲ ਐਮਰਜੈਂਸੀ ਹੈ, ਇੰਟਰਨੈਸ਼ਨਲ ਐਮਰਜੈਂਸੀ ਲੱਗੀ ਹੋਈ ਹੈ। ਸੋ ਇਹਦੇ ਲਈ ਰਿਸਪੌਂਸੀਬਿਲਿਟੀ ਕਿਹਦੀ ਹੈ, ਇਹਦੇ ਬਾਰੇ 'ਚ ਅਸੀਂ ਐਂਡ 'ਤੇ ਗੱਲ ਕਰਾਂਗੇ। ਪਰ ਸਭ ਤੋਂ ਪਹਿਲੀ ਗੱਲ ਹੈ ਕਿ ਵੁਹਾਨ ਵਾਇਰਸ ਕਿਉਂ ਕਿਹਾ ਜਾ ਰਿਹਾ। ਦੇਖੋ, COVID-19 ਨਾਲ ਸੰਬੰਧਿਤ ਇੰਟਰਨੈਸ਼ਨਲ ਐਮਰਜੈਂਸੀ, ਇੰਟਰਨੈਸ਼ਨਲ ਸਮੱਸਿਆ WHO ਨੇ ਡਿਕਲੇਅਰ ਕੀਤੀ ਹੈ 30 ਜਨਵਰੀ 2020 ਨੂੰ। ਪਰ ਇਸ ਤੋਂ ਪਹਿਲਾਂ ਵੀ WHO ਨੂੰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਚੀਨ 'ਤੇ ਨਿਰਭਰ ਰਹਿਣਾ ਪਿਆ। ਜਦੋਂ ਕਿ 30 ਦਸੰਬਰ 2019 ਨੂੰ ਵੁਹਾਨ ਦੀ ਲੈਬ ਦੇ ਵਿੱਚ ਇਹਦੀ ਟੈਸਟਿੰਗ ਕੀਤੀ ਜਾ ਰਹੀ ਸੀ। ਜਿਹੜੇ ਲੋਕ ਪ੍ਰਭਾਵਿਤ ਹੋਏ ਸੀ, ਵੁਹਾਨ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਲੈਬ ਹੈ, ਚੀਨ ਦੀ ਆਪਣੀ ਲੈਬ ਹੈ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਜੋ ਵਾਇਰਸ ਹਨ ਉਹਨਾਂ ਉੱਪਰ ਵੱਡੀ ਸਰਚ ਕੀਤੀ ਜਾਂਦੀ ਹੈ। ਸੋ ਅਮਰੀਕਾ ਦਾ ਇਲਜ਼ਾਮ ਹੈ ਕਿ ਇਹ ਲੈਬ ਦੇ ਵਿੱਚੋਂ ਹੀ ਇਹ ਕਰੋਨਾ ਵਾਇਰਸ ਨਿਕਲਿਆ ਹੈ। ਜਦੋਂ ਕਿ 31 ਦਸੰਬਰ ਨੂੰ ਜਦੋਂ ਪੂਰੀ ਦੁਨੀਆ ਦੇ ਵਿੱਚ ਨਵਾਂ ਸਾਲ ਮਨਾਇਆ ਜਾ ਰਿਹਾ ਸੀ, ਤੇ ਉਸ ਸਮੇਂ ਦਰਮਿਆਨ ਚੀਨ ਦੇ ਵਿੱਚ 4000 ਦੇ ਕਰੀਬ ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਕੇ ਮਰ ਚੁੱਕੇ ਸਨ ਅਤੇ ਵੱਡੇ ਪੱਧਰ 'ਤੇ ਲੋਕ ਅਫੈਕਟਡ ਸਨ। ਪਰ ਚੀਨ ਵੱਲੋਂ ਇਹ ਸਾਰੀ ਜਾਣਕਾਰੀ ਨੂੰ ਛੁਪਾਇਆ ਗਿਆ। ਇਹ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਚੀਨ ਦੇ ਉੱਪਰ ਇੰਟਰਨੈਸ਼ਨਲ ਪਬਲਿਕ ਓਪੀਨੀਅਨ ਦੇ ਸਾਹਮਣੇ ਇਹ ਬਾਰ-ਬਾਰ ਉਹਨਾਂ ਵੱਲੋਂ ਬਿਆਨ ਆ ਰਿਹਾ ਹੈ ਕਿ ਇਹ ਸਾਰਾ ਕਸੂਰ ਚੀਨ ਦਾ ਹੈ, ਜਿਨ੍ਹਾਂ ਨੇ ਇਹਨੂੰ ਦਬਾ ਕੇ ਰੱਖਿਆ। ਅਤੇ ਉਸ ਤੋਂ ਵੀ ਵੱਡਾ ਕਸੂਰ ਕਿਹਦਾ ਹੈ? WHO ਦਾ ਹੈ, ਜਿਨ੍ਹਾਂ ਨੇ ਆਪਣੇ ਪੱਧਰ 'ਤੇ ਕੋਈ ਵੀ ਸਟੈਪ ਨਹੀਂ ਲਿਆ। ਬਹੁਤ ਹੀ ਲੇਟ WHO ਨੇ ਇਹਨੂੰ ਇੱਕ ਗਲੋਬਲ ਐਮਰਜੈਂਸੀ ਜਾਂ ਇੰਟਰਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤਾ ਪਬਲਿਕ ਹੈਲਥ ਵਾਸਤੇ।
ਸੋ ਇੱਥੇ ਲੱਗਦਾ ਹੈ ਕੁਛ ਦਾਲ ਵਿੱਚ ਕਾਲਾ ਹੈ, ਕਿਉਂਕਿ ਜਦੋਂ ਵੁਹਾਨ ਦੇ ਵਿੱਚ ਆਮ ਤੌਰ 'ਤੇ ਅਖਬਾਰਾਂ 'ਚ ਤੁਸੀਂ ਪੜ੍ਹਦੇ ਜੇ, ਕਹਿੰਦੇ ਕਿ ਵੁਹਾਨ ਦੇ ਵਿੱਚ ਸੀ ਫੂਡ ਮਾਰਕੀਟ ਹੈ ਅਤੇ ਬਹੁਤ ਲੋਕ ਉੱਥੋਂ ਇਹ ਚਮਗਿੱਦੜਾਂ ਤੋਂ, ਐਨੀਮਲ ਤੋਂ ਹਿਊਮਨ ਟਰਾਂਸਫਰ ਹੋਈ ਹੈ। ਤਾਂ ਹਿਊਮਨ ਤੋਂ ਹਿਊਮਨ ਟਰਾਂਸਫਰ ਦੀ ਗੱਲ ਜਿਹੜੀ ਆ, ਇਹ ਸਭ ਤੋਂ ਪਹਿਲਾਂ ਕਿਹਨੇ ਸਰਚ ਕੀਤੀ ਹੈ, ਇਹਦੇ ਬਾਰੇ ਥੋੜ੍ਹੀ ਜਿਹੀ ਅਸੀਂ ਗੱਲ ਕਰ ਲਈਏ। ਚਾਈਨਾ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮਸ਼ਹੂਰ ਲੇਡੀ ਡਾਕਟਰ ਹੈ ਸੀ ਜਿੰਗਲੇ। ਸੀ ਜਿੰਗਲੇ ਦੇ ਬਾਰੇ ਵਿੱਚ ਚਾਈਨਾ ਵਿੱਚ ਉਸ ਨੂੰ ਬੈਟ ਵੂਮਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਹੜੀ ਕਿ ਪਿਛਲੇ 16 ਸਾਲ ਤੋਂ ਲਗਾਤਾਰ ਸਟੱਡੀ ਚਮਗਿੱਦੜਾਂ ਦੇ ਉੱਪਰ ਕਰ ਰਹੀ ਹੈ। ਚਮਗਿੱਦੜਾਂ ਦੀ ਕੇਵ 'ਚ ਜਾ ਕੇ ਉਹਦੇ ਵੱਲੋਂ ਸਟੱਡੀ ਕੀਤੀ ਗਈ। ਸੋ ਉਹਦੇ ਕਹਿਣ ਦੇ ਮੁਤਾਬਕ ਆ ਜਿੰਨੇ ਵੀ ਵਾਇਰਸ ਹਨ, ਸਾਰਸ ਵਾਇਰਸ ਵੀ ਜਿਹੜਾ ਸੀ, ਇਹ ਵੀ ਇੱਕ ਚਮਗਿੱਦੜਾਂ ਤੋਂ ਹੀ ਪੈਦਾ ਹੋਇਆ ਸੀ। ਪਰ ਅਜੇ ਤੱਕ ਇਹ ਨਹੀਂ ਸੀ ਕਨਫਰਮ ਹੋਇਆ ਕਿ ਇਹ ਐਨੀਮਲ ਟੂ ਹਿਊਮਨ ਵੀ ਜਾਂਦਾ ਹੈ, ਫਿਰ ਹਿਊਮਨ ਤੋਂ ਹਿਊਮਨ ਟਰਾਂਸਫਰ ਵੀ ਹੁੰਦੀ ਹੈ, ਜਿੱਦਾਂ ਕਿ ਹੁਣ ਹੋ ਰਹੀ ਹੈ, ਲਾਗ ਦੀ ਬਿਮਾਰੀ ਲੱਗ ਚੁੱਕੀ ਹੈ। ਸੋ ਜਦੋਂ ਵੁਹਾਨ ਸ਼ਹਿਰ ਦੀ ਵਾਇਰੋਲੋਜੀਕਲ ਲੈਬ ਦੇ ਵਿੱਚ 2 ਆਦਮੀ ਇਹ ਤੋਂ ਪ੍ਰਭਾਵਿਤ ਹੋਏ ਸੀ ਪਹਿਲਾਂ, ਅਤੇ ਉਹਨਾਂ ਦੀ ਟੈਸਟਿੰਗ ਦੇ ਲਈ ਵੁਹਾਨ ਲੈਬ ਦੇ ਵਿੱਚ ਟੈਸਟਿੰਗ ਸੈਂਪਲਿੰਗ ਆਏ, ਤਾਂ ਸੀ ਜਿੰਗਲੀ ਦੇ ਬਿਆਨ ਦੇ ਮੁਤਾਬਕ ਸੋ ਲੇਡੀ ਹੈ, ਬੜਾ ਹੀ ਮਹੱਤਵਪੂਰਨ ਉਹਦਾ ਸੀ ਜਿੰਗਲੀ ਦੇ ਮੁਤਾਬਕ ਉਸ ਨੇ ਸਭ ਤੋਂ ਪਹਿਲਾਂ ਪਹਿਚਾਣਿਆ ਕਿ ਇਹ ਨੋਵਲ ਕਰੋਨਾ ਵਾਇਰਸ ਹੈ, ਜਿਹੜਾ ਕਿ ਬਿਲਕੁਲ ਬਾਕੀਆਂ ਨਾਲੋਂ ਡਿਫਰੈਂਟ ਹੈ। ਜਦੋਂ ਉਸ ਸੈਂਪਲਿੰਗ ਨੂੰ ਟੈਸਟਿੰਗ ਲਈ ਕੀਤਾ ਗਿਆ, ਸੋ ਇਹ ਲੇਡੀ ਨੇ ਸਭ ਤੋਂ ਪਹਿਲਾਂ ਨੋਵਲ ਕਰੋਨਾ ਵਾਇਰਸ ਦੀ ਪਹਿਚਾਣ ਕੀਤੀ। ਅੱਜ ਉਹੀ ਨੋਵਲ ਕਰੋਨਾ ਵਾਇਰਸ, ਜਿਹਨੂੰ ਆਪਾਂ ਨਵਾਂ ਕਰੋਨਾ ਵਾਇਰਸ ਹੈ, ਜਿਹੜਾ ਕਿ ਹਿਊਮਨ ਤੋਂ ਹਿਊਮਨ ਜਿਹਦੀ ਟਰਾਂਸਮਿਸ਼ਨ ਹੋ ਰਹੀ ਹੈ, ਸੋ ਜਿਹਨੇ ਪੂਰੇ ਸੰਸਾਰ ਦੇ ਵਿੱਚ ਤਬਾਹੀ ਮਚਾਈ ਹੋਈ ਹੈ। ਸੋ ਇਹ ਸਾਰੀ ਸਟੱਡੀ ਕਲੀਅਰ ਕਰਦੀ ਹੈ, ਭਾਵੇਂ ਜੋ ਮਰਜ਼ੀ ਹੋ ਜਾਵੇ। ਅੱਜ ਚੀਨ ਇਸ ਗੱਲ ਨੂੰ ਕਬੂਲ ਨਹੀਂ ਕਰ ਰਿਹਾ, ਅੱਜ ਉਹ ਨਹੀਂ ਮੰਨ ਰਿਹਾ ਕਿ ਮੇਰੀ ਲੈਬ ਦੀ ਇਹ ਟੈਕਨੋਲੋਜੀ ਦੀ ਕਾਢ ਹੈ ਜਾਂ ਉੱਥੋਂ ਵਾਇਰਸ ਲੀਕ ਹੋ ਗਿਆ ਸੀ। ਅੱਜ ਭਾਵੇਂ ਨਹੀਂ ਮੰਨ ਰਿਹਾ, ਪਰ ਦੇਖਿਆ ਜਾਵੇ ਤਾਂ ਵੁਹਾਨ ਸ਼ਹਿਰ ਦੀ ਹੀ ਸ਼ੁਰੂਆਤ ਹੈ। USA ਦੀ ਇੰਟੈਲੀਜੈਂਸ ਏਜੰਸੀਆਂ ਕਹਿ ਰਹੀਆਂ ਹਨ, USA ਦੀ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਹੈ ਕਿ COVID-19 ਨਾਂ ਦੀ ਬਿਮਾਰੀ ਦਸੰਬਰ ਤੋਂ ਪਹਿਲਾਂ ਹੀ ਵੁਹਾਨ ਸ਼ਹਿਰ ਦੇ ਵਿੱਚ ਫੈਲ ਚੁੱਕੀ ਸੀ, ਪਰ ਚੀਨ ਵੱਲੋਂ ਇਹ ਸਾਰੀ ਗੱਲ ਨੂੰ ਦਬਾ ਕੇ ਰੱਖਿਆ ਗਿਆ। ਸੋ ਸਾਰੀ ਗੱਲ ਨੂੰ ਉਹਨਾਂ ਨੇ ਦਬਾ ਕੇ ਰੱਖਿਆ, ਜਿਸ ਕਰਕੇ ਇਸ ਬਿਮਾਰੀ ਦੀ ਹਿਊਮਨ ਟਰਾਂਸਫਰ ਸ਼ੁਰੂ ਹੋ ਗਈ। ਅੱਜ ਦੁਨੀਆ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਪ੍ਰਭਾਵਿਤ ਕੰਟਰੀ ਵੀ ਅਮਰੀਕਾ ਹੀ ਹੈ। ਅਮਰੀਕਾ ਵਿੱਚ 35 ਲੱਖ ਦੇ ਕਰੀਬ ਲੋਕ ਇਹ ਤੋਂ ਇਨਫੈਕਟਡ ਹੋਏ, ਅਤੇ ਨੀਅਰ ਅਬਾਊਟ 1.5 ਲੱਖ ਦੇ ਕਰੀਬ ਲੋਕਾਂ ਦੀ ਉੱਥੇ ਮੌਤ ਹੋ ਚੁੱਕੀ ਹੈ। ਅੱਜ ਭਾਰਤ ਵਿੱਚ ਵੀ ਵੱਡੇ ਪੱਧਰ 'ਤੇ ਲੋਕ ਕਰੋਨਾ ਵਾਇਰਸ ਨਾਲ ਮਰ ਰਹੇ ਹਨ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਕੀ ਲੱਗਦਾ ਹੈ, ਇਸ ਤੋਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਚਾਈਨਾ ਭਾਵੇਂ ਨਹੀਂ ਮੰਨ ਰਿਹਾ, ਪਰ ਅੱਜ ਇੰਟਰਨੈਸ਼ਨਲ ਪਬਲਿਕ ਓਪੀਨੀਅਨ ਚਾਈਨਾ ਦੇ ਖਿਲਾਫ ਹੈ। ਅੱਜ ਵਿਸ਼ਵ ਪੱਧਰ 'ਤੇ ਇਹ ਗੱਲ ਉੱਠ ਰਹੀ ਹੈ ਕਿ ਜੇ ਚੀਨ ਨੂੰ ਪਹਿਲਾਂ ਪਤਾ ਲੱਗ ਚੁੱਕਾ ਸੀ, ਫਿਰ WHO ਵੱਲੋਂ ਵੀ ਇਸ ਚੀਜ਼ ਨੂੰ ਦਬਾ ਕੇ ਰੱਖਿਆ ਗਿਆ। ਈਵਨ ਕਿ WHO ਵੱਲੋਂ ਇੱਕ ਚੀਨ ਦੀ ਕੋਈ ਵੀ ਆਲੋਚਨਾ ਨਹੀਂ ਕੀਤੀ ਗਈ। ਚੀਨ ਦੇ ਵਿੱਚ 20 ਜੂਨ ਨੂੰ ਲਾਕਡਾਊਨ ਹੋਇਆ ਸੀ। ਜਦੋਂ ਉੱਥੇ ਲਾਕਡਾਊਨ ਹੋਇਆ, ਉਸ ਤੋਂ 1 ਹਫ਼ਤੇ ਬਾਅਦ WHO ਵੱਲੋਂ ਇਹਨੂੰ ਇੰਟਰਨੈਸ਼ਨਲ ਪੈਂਡੇਮਿਕ ਐਮਰਜੈਂਸੀ ਡਿਕਲੇਅਰ ਕੀਤਾ ਗਿਆ। ਮਹਾਮਾਰੀ COVID-19 ਦਾ ਨਾਂ ਦਿੱਤਾ ਗਿਆ। ਉਦੋਂ ਤੱਕ ਕਾਫੀ ਵੱਡੇ ਪੱਧਰ 'ਤੇ ਲੋਕ ਪੂਰੇ ਵਿਸ਼ਵ ਦੇ ਵਿੱਚ ਇਨਫੈਕਟਡ ਹੋ ਚੁੱਕੇ ਸੀ। ਸੋ ਇਹ ਸਾਰੀਆਂ ਗੱਲਾਂ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਅੱਜ ਪੂਰਾ ਵਿਸ਼ਵ ਦੇ ਵਿੱਚ ਇਹ ਵਾਰਫੇਅਰ ਲੱਗੀ ਹੋਈ ਹੈ, ਇਹ ਬਾਇਓਲੋਜੀਕਲ ਵਾਰਫੇਅਰ ਲੱਗੀ ਹੋਈ ਹੈ। ਇੱਥੇ ਇੱਕ ਵਰਨਣਯੋਗ ਗੱਲ ਹੈ ਕਿ ਬਹੁਤ ਸਾਰੇ ਦੇਸ਼ ਇੱਕ ਦੂਜੇ ਤੋਂ ਅੱਗੇ ਲੰਘਣ ਦੇ ਲਈ ਅੱਜ ਕੱਲ੍ਹ ਹਥਿਆਰਾਂ ਦੀ ਦੌੜ 'ਤੇ ਲੱਗੀ ਹੋਈ ਹੈ, ਪਰ
ਇਹ ਬਾਇਓਲੋਜੀਕਲ ਵੈਪਨ ਬਾਰੇ ਗੱਲ ਚੱਲ ਰਹੀ ਹੈ ਕਿ ਕਰੋਨਾ ਵਾਇਰਸ ਸ਼ਾਇਦ ਚੀਨ ਵੱਲੋਂ ਇੱਕ ਬਾਇਓਲੋਜੀਕਲ ਵੈਪਨ ਦੇ ਤੌਰ 'ਤੇ ਅਮਰੀਕਾ ਦੇ ਵਿਰੁੱਧ ਯੂਜ਼ ਕੀਤਾ ਗਿਆ। ਸੋ ਕਿਉਂਕਿ ਬਾਇਓਲੋਜੀਕਲ ਵੈਪਨ ਇੱਕ ਇਹੋ ਜਿਹਾ ਵੈਪਨ ਹੈ ਕਿ ਜਿਹੜੇ ਕਿ ਦੂਸਰੇ ਵੈਪਨ ਦੇ ਮੁਕਾਬਲੇ 90% ਸਸਤਾ ਪੈਂਦਾ ਹੈ ਅਤੇ ਮਾਰ ਇਹਦੀ ਵੱਡੇ ਪੱਧਰ 'ਤੇ ਹੁੰਦੀ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਜੇ ਅੱਜ ਪੂਰੇ ਵਿਸ਼ਵ ਦੇ ਵਿੱਚ 6 ਲੱਖ ਦੇ ਕਰੀਬ ਲੋਕ ਮਰ ਚੁੱਕੇ ਹਨ ਵਿਦਆਊਟ ਐਨੀ ਫਾਇਰਿੰਗ ਬੁਲਟ, ਵਿਦਆਊਟ ਐਨੀ ਫਾਇਰਿੰਗ ਬੰਬ। ਸੋ ਇਹ ਸਾਰਾ ਕੁਝ ਸ਼ੁਰੂਆਤ ਵੂਹਾਨ ਸ਼ਹਿਰ ਦੀ ਸ਼ੁਰੂਆਤ ਹੈ। ਵੂਹਾਨ ਸ਼ਹਿਰ ਦੀ ਉਹ ਵਾਇਰੋਲੋਜੀਕਲ ਲੈਬ ਦੇ ਵਿੱਚ ਵੱਡੇ ਪੱਧਰ 'ਤੇ ਵਾਇਰਸ ਦੀ ਸਟੱਡੀ ਕੀਤੀ ਜਾ ਰਹੀ ਹੈ। ਸੋ ਉਸੇ ਸਟੱਡੀ ਦਾ ਹੀ ਸ਼ਾਇਦ ਹਿੱਸਾ ਹੋਵੇ। ਸੋ ਇਹਦੇ ਬਾਰੇ ਵਿੱਚ ਜਿਹੜੀ ਮੇਨ ਗੱਲ ਸੀ ਉਹ ਅਸੀਂ ਗੱਲ ਇਹ ਕਰਨੀ ਚਾਹੁੰਦੇ ਸੀ ਕਿ ਸਾਡੀ ਵਿਸ਼ਵ ਸਿਹਤ ਸੰਗਠਨ ਵੀ ਆਪਣੀ ਭਰੋਸੇਯੋਗਤਾ ਗਵਾ ਚੁੱਕਾ। ਅਮਰੀਕਾ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਆਪਣੀ ਮਹੱਤਵਪੂਰਨ ਭੂਮਿਕਾ ਨਹੀਂ ਨਿਭਾਈ ਹੈ। ਈਵਨ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤਾਂ ਇੱਥੋਂ ਤੱਕ ਵੀ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਖਤਮ ਕਰਨ ਦੇ ਲਈ ਕੱਟਣ ਦੇ ਲਈ ਵੀ ਆਪਣੇ ਬਿਆਨ ਦਿੱਤੇ ਗਏ ਹਨ। ਉਹਨਾਂ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਹੁਣ ਕੋਵਿਡ-19 ਦੇ ਦਰਮਿਆਨ ਆਪਣੀ ਭਰੋਸੇਯੋਗਤਾ ਖਤਰੇ 'ਚ ਪਾ ਦਿੱਤੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ, ਭਾਵੇਂ ਵਿਸ਼ਵ ਸਿਹਤ ਸੰਗਠਨ ਹੈ, ਭਾਵੇਂ ਚਾਈਨਾ ਹੈ, ਭਾਵੇਂ ਅਮਰੀਕਾ ਹੈ, ਭਾਵੇਂ ਚਾਈਨਾ ਦੀ ਲੈਬ ਹੈ, ਸੋ ਸਾਰੀਆਂ ਗੱਲਾਂ ਦੇ ਲਈ ਅੱਜ ਪੂਰੀ ਦੁਨੀਆ ਅਫੈਕਟਡ ਹੋਈ ਪਈ ਹੈ। ਭਾਵੇਂ ਬਾਇਓਲੋਜੀਕਲ ਵਾਰਫੇਅਰ ਹੈ, ਭਾਵੇਂ ਇਹ ਕਰੋਨਾ ਵਾਇਰਸ ਬਾਇਓਲੋਜੀਕਲ ਵਾਰਫੇਅਰ ਦਾ ਹਿੱਸਾ ਹੈ, ਭਾਵੇਂ ਕਰੋਨਾ ਵਾਇਰਸ ਇੱਕ ਬਾਇਓ ਵੈਪਨ ਹੈ, ਪਰ ਸਵਾਲ ਇਹ ਪਨਪਦਾ ਹੈ ਕਿ ਅੱਜ ਪੂਰਾ ਵਿਸ਼ਵ ਇਹ ਤੋਂ ਅਫੈਕਟਡ ਹੈ, ਪੂਰੇ ਸੰਸਾਰ ਵਿੱਚ ਹਾਹਾਕਾਰ ਮਚੀ ਹੋਈ ਹੈ, ਤਾਂ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹਦੇ ਲਈ ਕੌਣ ਜ਼ਿੰਮੇਵਾਰੀ ਲਵੇਗਾ? ਇੰਨੀ ਦੁਨੀਆ ਮਰ ਚੁੱਕੀ ਹੈ, ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ, ਹੋਣ ਵਾਲੇ ਹਨ। ਆਉਣ ਵਾਲੇ ਸਮੇਂ 'ਚ ਜੇਕਰ ਇਹ ਵੈਕਸੀਨ ਨਿਕਲ ਵੀ ਆਉਂਦਾ ਹੈ ਤਾਂ ਉਹਦੇ ਲਈ ਕਿੰਨੇ ਕੁ ਲੋਕ ਜਿਹੜਾ ਵਾ ਉਹ ਵੈਕਸੀਨ ਨੂੰ ਅਫੋਰਡ ਕਰ ਚੱਕਣਗੇ? ਕਦੋਂ ਇਹ ਮਹਾਮਾਰੀ ਖਤਮ ਹੋਏਗੀ? ਕਦੋਂ ਲੋਕਾਂ ਨੂੰ ਸੁੱਖ ਦਾ ਸਾਹ ਆਏਗਾ? ਕੀ ਇਸੇ ਹੀ ਤਰ੍ਹਾਂ ਚੱਲਦਾ ਰਹੇਗਾ? ਜੇਕਰ ਅੱਜ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਅਫੈਕਟ ਕਰ ਦਿੱਤਾ ਹੈ ਤੇ ਜੇਕਰ ਅੱਜ ਇਹਦੀ ਕਿਸੇ ਨੇ ਕੋਈ ਜ਼ਿੰਮੇਵਾਰੀ ਨਾ ਲਈ, ਸੋ ਇਹਦੇ ਲਈ ਸਭ ਤੋਂ ਮਹੱਤਵਪੂਰਨ ਸਵਾਲ ਜਾਂਦਾ ਹੈ, ਸਾਡੀ ਸੰਯੁਕਤ ਰਾਸ਼ਟਰ ਸੰਘ 'ਤੇ ਜ਼ਿੰਮੇਵਾਰੀ ਜਾਂਦੀ ਹੈ, ਜਿਹਦੇ 193 ਦੇਸ਼ ਮੈਂਬਰ ਹਨ। ਜਿਹੜੀ ਸੰਸਥਾ ਬਣੀ ਕਾਹਦੇ ਵਾਸਤੇ ਬਣੀ ਸੀ? ਪੀਸ ਮੇਨਟੇਨ ਕਰਨ ਵਾਸਤੇ ਬਣੀ ਸੀ, ਜਿਹਨੇ 2 ਵਿਸ਼ਵ ਯੁੱਧਾਂ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅੱਜ ਤੀਸਰਾ ਵਿਸ਼ਵ ਯੁੱਧ ਚੱਲ ਰਿਹਾ ਹੈ, ਇਹਨੂੰ ਕੌਣ ਖਤਮ ਕਰੇਗਾ? ਇਹਦੇ ਲਈ ਸੰਯੁਕਤ ਅੱਜ ਇਸ ਬਿਮਾਰੀ ਦੇ ਫੈਲਣ ਦੇ ਅਸਲੀ ਕਾਰਨਾਂ ਨੂੰ ਲੱਭਣ ਦੇ ਲਈ ਸੰਯੁਕਤ ਰਾਸ਼ਟਰ ਸੰਘ ਨੂੰ ਅੱਗੇ ਆਉਣਾ ਪਏਗਾ, ਕਿਉਂਕਿ ਉਹ ਸੰਯੁਕਤ ਰਾਸ਼ਟਰ ਸੰਘ ਹੈ ਜਿਹਦੀ ਸਥਾਪਨਾ ਵਰਲਡ ਪੀਸ ਮੇਨਟੇਨ ਕਰਨ ਵਾਸਤੇ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਸੰਘ ਨੇ ਸੈਕੰਡ ਵਰਲਡ ਵਾਰ ਨੂੰ ਖਤਮ ਕਰਨ ਵਾਸਤੇ, ਫਸਟ ਵਰਲਡ ਵਾਰ ਨੂੰ ਖਤਮ ਕਰਨ ਵਾਸਤੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਪਰ ਅੱਜ ਵੀ ਥਰਡ ਵਰਲਡ ਵਾਰ ਲੱਗੀ ਹੋਈ ਹੈ। ਇਸ ਨੂੰ ਕੌਣ ਖਤਮ ਕਰੇਗਾ? ਅੱਜ ਲੋੜ ਹੈ ਅੰਤਰਰਾਸ਼ਟਰੀ ਪੱਧਰ 'ਤੇ ਵਰਲਡ ਪਬਲਿਕ ਓਪੀਨੀਅਨ ਬਣੇ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਹੈ। ਅੱਜ 6 ਲੱਖ ਲੋਕ ਪੂਰੇ ਵਰਲਡ ਦੇ ਵਿੱਚ ਮਰ ਚੁੱਕੇ ਹਨ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਅੱਜ ਸੰਸਾਰ ਦੇ ਵਿੱਚ ਇਹ ਵਰਲਡ ਪਬਲਿਕ ਓਪੀਨੀਅਨ ਇਕੱਠੀ ਬਣਨੀ ਚਾਹੀਦੀ ਹੈ, ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ। ਉਹਦੇ ਲਈ ਭਾਵੇਂ WHO ਜ਼ਿੰਮੇਵਾਰ ਹੋਵੇ, ਉਹਦੇ ਲਈ ਭਾਵੇਂ ਚੀਨ ਜ਼ਿੰਮੇਵਾਰ ਹੋਵੇ, ਜ਼ਿੰਮੇਵਾਰੀ ਫਿਕਸ ਕੀਤੀ ਜਾਵੇ, ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਾਇਰਸ ਸਪਰੈਡ ਨਾ ਕਰ ਸਕੇ। ਕੋਈ ਕਿਸੇ ਤਰ੍ਹਾਂ ਦੀ ਬਾਇਓਲੋਜੀਕਲ ਵਾਰਫੇਅਰ ਜਾਂ ਕਿਸੇ ਵੀ ਤਰ੍ਹਾਂ ਦੀ ਆਪਣੀ ਈਗੋ ਨੂੰ ਅੱਗੇ ਰੱਖ ਕੇ ਪੂਰੇ ਦੇਸ਼ ਦਾ ਨੁਕਸਾਨ ਨਾ ਕਰ ਸਕੇ। ਸੋ ਬਹੁਤ ਹੀ ਮਹੱਤਵਪੂਰਨ ਇਸ ਮੁੱਦੇ 'ਤੇ ਅਸੀਂ ਵਿਚਾਰ ਚਰਚਾ ਕੀਤੀ ਹੈ। ਸੋ ਮੈਨੂੰ ਆਸ ਹੈ ਕਿ ਜਿੰਨੇ ਵੀ ਦਰਸ਼ਕ ਸੁਣਦੇ ਹਨ ਉਹ ਇਸ ਨੂੰ ਪੋਜ਼ੀਟਿਵਲੀ ਲੈਂਦੇ ਹੋਏ ਇੱਕ ਵਰਲਡ ਪਬਲਿਕ ਓਪੀਨੀਅਨ ਦਾ ਹਿੱਸਾ ਬਣਨਗੇ, ਤਾਂ ਹੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਵੱਡੇ ਪੱਧਰ 'ਤੇ ਤਬਾਹੀਆਂ ਤੋਂ ਅਸੀਂ ਬਚ ਸਕਦੇ ਹਾਂ। ਜੇਕਰ ਅਸੀਂ ਇੱਕ ਮੰਚ 'ਤੇ ਇਕੱਠੇ ਨਹੀਂ ਹੋਏ, ਜੇਕਰ 193 ਦੇਸ਼ ਮੈਂਬਰ ਹਨ ਤਾਂ ਉਹ ਇੱਕ ਮੰਚ 'ਤੇ ਇਕੱਠੇ ਹੋਣ, ਤਾਂ ਕਿਸੇ ਵੀ ਰਾਸ਼ਟਰ, ਕੋਈ ਵੀ ਰਾਸ਼ਟਰ ਹੋਵੇ ਭਾਵੇਂ, ਜੇਕਰ ਜਿਹਦਾ ਵੀ ਦੋਸ਼ ਹੈ
ਉਹਨੂੰ ਇੰਟਰਨੈਸ਼ਨਲ ਪਬਲਿਕ ਓਪੀਨੀਅਨ ਸਜ਼ਾ ਦੇਵੇ, ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਅਸੀਂ ਸਾਹਮਣਾ ਕਰ ਸਕਾਂਗੇ ਅਤੇ ਵਿਸ਼ਵ ਨੂੰ ਤਬਾਹੀ ਤੋਂ ਬਚਾ ਸਕਾਂਗੇ। ਸੋ ਪਿਆਰੇ ਦਰਸ਼ਕੋ, ਅੰਤ ਵਿੱਚ ਮੈਂ ਤੁਹਾਡੇ ਕੋਲ ਹੁਣ ਖਿਮਾ ਦਾ ਜਾਜ਼ਕ ਹਾਂ ਅਤੇ ਆਪ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਹਾਨੂੰ ਮੇਰੀ ਵਿਚਾਰ ਚਰਚਾ ਚੰਗੀ ਲੱਗੀ ਹੋਏਗੀ ਤਾਂ ਕਿਰਪਾ ਕਰਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ। ਆਪ ਸਾਰਿਆਂ ਦਾ ਰੱਬ ਰਾਖਾ।